संत मरकुस ਦੀ ਅੰਜੀਲ ਅਧਿਆਇ 14। ਯੀਸ਼ੂ ਨੂੰ ਮਾਰ ਸੁੱਟਣ ਦੀ ਵਿਉਂਤ। ਹੁਣ ਪਾਸਕਾ ਅਤੇ ਬੇਖਮੀਰੀ ਰੋਟੀ ਦੇ ਤਿਉਹਾਰ ਦੇ ਲਈ 2 ਦਿਨ ਰਹਿ ਗਏ ਸਨ। ਪ੍ਰਧਾਨ ਪੁਰੋਹਿਤ ਅਤੇ ਧਰਮ ਗ੍ਰੰਥੀ ਯੀਸ਼ੂ ਨੂੰ ਚੋਰੀ ਛਿਪੇ ਗ੍ਰਿਫਤਾਰ ਕਰਨ ਦਾ ਅਤੇ ਕਤਲ ਕਰਨ ਦਾ ਕੋਈ ਰਾਹ ਲੱਭ ਰਹੇ ਸਨ, ਕਿਉਂ ਜੋ ਉਹ ਕਹਿੰਦੇ ਸਨ, ਤਿਉਹਾਰ 'ਤੇ ਨਹੀਂ, ਕਿਤੇ ਇਹ ਨਾ ਹੋਵੇ ਕਿ ਜਨਤਾ ਵਿੱਚ ਹੰਗਾਮਾ ਹੋ ਜਾਵੇ। ਬੈਤਨੀਆ ਵਿੱਚ ਯੀਸ਼ੂ ਦਾ ਮਸਾਹ ਕੀਤਾ ਜਾਣਾ। ਜਦੋਂ ਉਹ ਬੈਤਨੀਆ ਵਿੱਚ ਕੁੜੀ ਸ਼ਮਾਉਨ ਦੇ ਘਰ ਸੀ ਤਾਂ ਬੈਠਾ ਭੋਜਨ ਕਰ ਰਿਹਾ ਸੀ, ਇੱਕ ਔਰਤ ਸੰਗਮਰਮਰ ਦੇ ਭਾਂਡੇ ਵਿੱਚ ਬਾਲਛੜ ਤੋਂ ਬਣਿਆ ਸ਼ੁੱਧ ਅਤੇ ਬਹੁਤ ਕੀਮਤੀ ਖੁਸ਼ਬੂਦਾਰ ਤੇਲ ਲੈ ਕੇ ਆਈ ਅਤੇ ਉਸਨੇ ਭਾਂਡਾ ਤੋੜ ਕੇ ਉਸ ਤੇਲ ਨੂੰ ਯੀਸ਼ੂ ਦੇ ਸਿਰ ਉੱਤੇ ਡੋਲ ਦਿੱਤਾ। ਪਰ ਕੁਝ ਲੋਕ ਉੱਥੇ ਸਨ ਜੋ ਨਾਰਾਜ਼ ਹੋ ਕੇ ਆਪਸ ਵਿੱਚ ਕਹਿਣ ਲੱਗੇ, ਇਹ ਖੁਸ਼ਬੂਦਾਰ ਤੇਲ ਕਿਉਂ ਇਸ ਤਰ੍ਹਾਂ ਜ਼ਾਇਆ ਕੀਤਾ ਗਿਆ, ਕਿਉਂਕਿ ਇਹ ਖੁਸ਼ਬੂਦਾਰ ਤੇਲ 300 ਦਿਨਾਰ ਤੋਂ ਵੀ ਵੱਧ ਵਿੱਚ ਵੇਚਿਆ ਜਾ ਸਕਦਾ ਸੀ ਅਤੇ ਉਹ ਗਰੀਬਾਂ ਨੂੰ ਦਿੱਤਾ ਜਾ ਸਕਦਾ ਸੀ। ਇਸ ਤਰ੍ਹਾਂ ਉਹ ਉਸ ਔਰਤ ਨੂੰ ਝਿੜਕ ਰਹੇ ਸਨ, ਪਰ ਯੀਸ਼ੂ ਨੇ ਕਿਹਾ, ਇਸ ਨੂੰ ਕੁਝ ਨਾ ਕਹੋ, ਤੁਸੀਂ ਇਸ ਨੂੰ ਕਿਉਂ ਤੰਗ ਕਰਦੇ ਹੋ? ਇਸ ਨੇ ਮੇਰੇ ਲਈ ਇਹ ਨੇਕੀ ਦਾ ਕੰਮ ਕੀਤਾ ਹੈ, ਕਿਉਂਕਿ ਗਰੀਬ ਤਾਂ ਹਮੇਸ਼ਾ ਤੁਹਾਡੇ ਨਾਲ ਹਨ ਅਤੇ ਜਦੋਂ ਵੀ ਤੁਹਾਡਾ ਜੀ ਚਾਹੇ ਤੁਸੀਂ ਉਹਨਾਂ ਦੀ ਭਲਾਈ ਕਰ ਸਕਦੇ ਹੋ, ਪਰੰਤੂ ਮੈਂ ਤੁਹਾਡੇ ਨਾਲ ਹਮੇਸ਼ਾ ਨਹੀਂ ਰਹਾਂਗਾ। ਜੋ ਕੁਝ ਇਹ ਕਰ ਸਕਦੀ ਸੀ ਇਸਨੇ ਕੀਤਾ। ਇਸਨੇ ਅੱਗੇ ਹੀ ਮੇਰੇ ਸਰੀਰ ਨੂੰ ਤੇਲ ਨਾਲ ਮਸਾਹ ਕਰਕੇ ਦਫਨਾਉਣ ਲਈ ਤਿਆਰ ਕੀਤਾ ਹੈ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਸਾਰੇ ਸੰਸਾਰ ਵਿੱਚ ਜਿੱਥੇ ਕਿਤੇ ਵੀ ਅੰਜੀਲ ਦਾ ਪ੍ਰਚਾਰ ਕੀਤਾ ਜਾਵੇਗਾ, ਉੱਥੇ ਇਸ ਔਰਤ ਦਾ ਇਹ ਕੰਮ ਇਸ ਦੀ ਯਾਦ ਵਿੱਚ ਦੱਸਿਆ ਜਾਵੇਗਾ। ਯਹੂਦਾ ਇਸਕਰਿਓਤੀ ਵਿਸ਼ਵਾਸਘਾਤ ਲਈ ਰਜ਼ਾਮੰਦ। ਤਦ ਯਹੂਦਾ ਇਸਕਰਿਓਤੀ, ਜੋ 12 ਵਿੱਚੋਂ ਇੱਕ ਸੀ, ਪ੍ਰਧਾਨ ਪੁਰੋਹਿਤਾਂ ਕੋਲ ਗਿਆ ਤਾਂ ਜੋ ਉਹ ਵਿਸ਼ਵਾਸਘਾਤ ਕਰਕੇ ਯੀਸ਼ੂ ਨੂੰ ਉਹਨਾਂ ਦੇ ਹਵਾਲੇ ਕਰ ਦੇਵੇ। ਉਹ ਇਹ ਸੁਣ ਕੇ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਉਸ ਨੂੰ ਪੈਸੇ ਦੇਣ ਦਾ ਵਾਅਦਾ ਕੀਤਾ। ਇਸ ਲਈ ਯਹੂਦਾ ਯੀਸ਼ੂ ਨੂੰ ਦਗੇ ਨਾਲ ਫੜਵਾਉਣ ਦੇ ਮੌਕੇ ਦੀ ਤਾਕ ਵਿੱਚ ਰਿਹਾ। ਚੇਲਿਆਂ ਦੇ ਨਾਲ ਪਸਾਹ ਭੋਜਨ। ਬੇਖਮੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ, ਜਦੋਂ ਪਾਸਕਾ ਦੇ ਲੇਲੇ ਦੀ ਬਲੀ ਦਿੱਤੀ ਜਾਂਦੀ ਹੈ, ਯੀਸ਼ੂ ਦੇ ਚੇਲਿਆਂ ਨੇ ਉਸ ਨੂੰ ਕਿਹਾ, ਤੁਸੀਂ ਕਿੱਥੇ ਚਾਹੁੰਦੇ ਹੋ ਕਿ ਅਸੀਂ ਜਾ ਕੇ ਤੁਹਾਡੇ ਲਈ ਪਸਾਹ ਭੋਜਨ ਦੀ ਤਿਆਰੀ ਕਰੀਏ? ਸੋ ਉਸਨੇ ਆਪਣੇ ਚੇਲਿਆਂ ਵਿੱਚੋਂ 2 ਨੂੰ ਘੱਲਿਆ ਅਤੇ ਉਹਨਾਂ ਨੂੰ ਕਿਹਾ, ਸ਼ਹਿਰ ਵਿੱਚ ਜਾਓ ਅਤੇ ਪਾਣੀ ਦਾ ਘੜਾ ਚੁੱਕੀ ਜਾਂਦਾ ਇੱਕ ਆਦਮੀ ਤੁਹਾਨੂੰ ਮਿਲੇਗਾ। ਉਸ ਦੇ ਪਿੱਛੇ ਪਿੱਛੇ ਜਾਓ ਅਤੇ ਜਿੱਥੇ ਕਿਤੇ ਉਹ ਦਾਖਲ ਹੋਵੇ, ਉਸ ਘਰ ਦੇ ਮਾਲਕ ਨੂੰ ਇਹ ਕਹਿਣਾ, ਪ੍ਰਭੂ ਜੀ ਪੁੱਛਦੇ ਹਨ, ਮੇਰਾ ਮਹਿਮਾਨ ਖਾਣਾ ਕਿੱਥੇ ਹੈ, ਜਿੱਥੇ ਮੈਂ ਆਪਣੇ ਚੇਲਿਆਂ ਦੇ ਨਾਲ ਪਸਾਹ ਦਾ ਭੋਜਨ ਖਾਵਾਂ। ਉਹ ਤੁਹਾਨੂੰ ਉੱਪਰਲਾ ਇੱਕ ਵੱਡਾ ਕਮਰਾ ਵਿਖਾਵੇਗਾ, ਸੱਜਾ ਸਜਾਇਆ ਅਤੇ ਤਿਆਰ। ਤੁਸੀਂ ਉੱਥੇ ਸਾਡੇ ਲਈ ਤਿਆਰੀ ਕਰੋ। ਸੋ ਚੇਲੇ ਚੱਲ ਪਏ ਅਤੇ ਸ਼ਹਿਰ ਵੱਲ ਚਲੇ ਗਏ ਅਤੇ ਉਹਨਾਂ ਨੇ ਉਸੇ ਤਰ੍ਹਾਂ ਪਾਇਆ ਜਿਸ ਤਰ੍ਹਾਂ ਉਹਨਾਂ ਨੂੰ ਕਿਹਾ ਗਿਆ ਸੀ ਅਤੇ ਉਹਨਾਂ ਪਸਾਹ ਦੇ ਭੋਜਨ ਦੀ ਤਿਆਰੀ ਕੀਤੀ। ਜਦੋਂ ਸ਼ਾਮ ਹੋਈ ਤਾਂ ਯੀਸ਼ੂ 12 ਨਾਲ ਆਇਆ। ਜਦੋਂ ਉਹ ਭੋਜਨ ਕਰਨ ਬੈਠੇ ਤਾਂ ਯੀਸ਼ੂ ਨੇ ਕਿਹਾ, ਮੈਂ ਤੁਹਾਨੂੰ ਸੱਚੀ ਕਹਿੰਦਾ ਹਾਂ, ਤੁਹਾਡੇ ਵਿੱਚੋਂ ਇੱਕ ਮੇਰਾ ਵਿਸ਼ਵਾਸਘਾਤ ਕਰੇਗਾ। ਉਹ ਇਸ ਵੇਲੇ ਮੇਰੇ ਨਾਲ ਭੋਜਨ ਕਰ ਰਿਹਾ ਹੈ। ਉਹ ਸਾਰੇ ਉਦਾਸ ਹੋ ਗਏ
ਅਤੇ ਇੱਕ-ਇੱਕ ਕਰਕੇ ਉਸ ਨੂੰ ਕਹਿਣ ਲੱਗੇ, ਕੀ ਉਹ ਮੈਂ ਹਾਂ? ਨਹੀਂ ਨਾ। ਉਸਨੇ ਉਹਨਾਂ ਨੂੰ ਕਿਹਾ, ਉਹ 12 ਵਿੱਚੋਂ ਇੱਕ ਹੈ ਅਤੇ ਉਹ ਮੇਰੇ ਨਾਲ ਇੱਕ ਥਾਲੀ ਵਿੱਚ ਰੋਟੀ ਡੁਬਾਉਂਦਾ ਹੈ। ਮਨੁੱਖ ਦਾ ਪੁੱਤਰ ਤਾਂ ਉਸੇ ਤਰ੍ਹਾਂ ਜਾਂਦਾ ਹੈ ਜਿਸ ਤਰ੍ਹਾਂ ਉਸ ਦੇ ਬਾਰੇ ਲਿਖਿਆ ਗਿਆ ਹੈ, ਪਰ धिक्कार ਉਸ ਆਦਮੀ 'ਤੇ ਜਿਸ ਦੇ ਰਾਹੀਂ ਮਨੁੱਖ ਦੇ ਪੁੱਤਰ ਦਾ ਵਿਸ਼ਵਾਸਘਾਤ ਕੀਤਾ ਜਾਂਦਾ ਹੈ। ਉਸ ਆਦਮੀ ਦੇ ਲਈ ਕਿਤੇ ਚੰਗਾ ਹੁੰਦਾ ਜੇ ਉਹ ਪੈਦਾ ਹੀ ਨਾ ਹੁੰਦਾ। ਪ੍ਰਭੂ ਭੋਜ ਪਾਕ ਯੂਖਰਿਸਤ ਦੀ ਸਥਾਪਨਾ। ਜਦੋਂ ਉਹ ਭੋਜਨ ਕਰ ਰਹੇ ਸਨ, ਉਸਨੇ ਰੋਟੀ ਲਈ, ਬਰਕਤ ਦਿੱਤੀ ਅਤੇ ਤੋੜੀ ਅਤੇ ਚੇਲਿਆਂ ਨੂੰ ਦਿੱਤੀ ਅਤੇ ਕਿਹਾ, ਲਵੋ, ਇਹ ਮੇਰਾ ਸਰੀਰ ਹੈ। ਫਿਰ ਉਸਨੇ ਪਿਆਲਾ ਲਿਆ ਅਤੇ ਧੰਨਵਾਦ ਦੀ ਪ੍ਰਾਰਥਨਾ ਕਰਨ ਦੇ ਬਾਅਦ ਉਸਨੇ ਉਹ ਚੇਲਿਆਂ ਨੂੰ ਦਿੱਤਾ ਅਤੇ ਸਾਰਿਆਂ ਨੇ ਉਸ ਵਿੱਚੋਂ ਪੀਤਾ। ਉਸਨੇ ਉਹਨਾਂ ਨੂੰ ਕਿਹਾ, ਇਹ ਨਵੇਂ ਨੇਮ ਦਾ ਮੇਰਾ ਲਹੂ ਹੈ ਜੋ ਬਹੁਤਿਆਂ ਦੇ ਲਈ ਵਹਾਇਆ ਜਾਂਦਾ ਹੈ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਸ ਦਿਨ ਤੱਕ ਮੈਂ ਅੰਗੂਰੀ ਵੇਲ ਦੇ ਫਲ 'ਚੋਂ ਨਹੀਂ ਪੀਵਾਂਗਾ ਜਦੋਂ ਤੱਕ ਖੁਦਾ ਦੇ ਰਾਜ ਵਿੱਚ ਮੈਂ ਇਸ ਨੂੰ ਨਵੀਂ ਨਾ ਪੀਵਾਂ। ਪਤਰਸ ਦੇ ਇਨਕਾਰ ਕਰਨ ਦਾ ਅਗੇਤ ਵਾਕ। ਉਹਨਾਂ ਇੱਕ ਭਜਨ ਗਾਇਆ। ਉਸ ਦੇ ਬਾਅਦ ਉਹ ਜੈਤੂਨ ਦੇ ਪਹਾੜ ਨੂੰ ਚੱਲ ਪਏ ਅਤੇ ਯੀਸ਼ੂ ਨੇ ਉਹਨਾਂ ਨੂੰ ਕਿਹਾ, ਤੁਸੀਂ ਸਾਰੇ ਮੈਨੂੰ ਛੱਡ ਕੇ ਭੱਜ ਜਾਵੋਗੇ, ਕਿਉਂਕਿ ਇਹ ਲਿਖਿਆ ਹੈ, ਮੈਂ ਚਰਵਾਹੇ ਨੂੰ ਮਾਰਾਂਗਾ ਅਤੇ ਭੇਡਾਂ ਖਿੱਲਰ ਪੁੱਲਰ ਜਾਣਗੀਆਂ। ਪਰ ਮੇਰੇ ਜੀ ਉੱਠਣ ਦੇ ਬਾਅਦ ਮੈਂ ਤੁਹਾਡੇ ਤੋਂ ਅਗੇਤਾ ਗਲੀਲ ਨੂੰ ਜਾਵਾਂਗਾ। ਪਤਰਸ ਨੇ ਉਸ ਨੂੰ ਕਿਹਾ, ਭਾਵੇਂ ਸਾਰੇ ਛੱਡ ਕੇ ਭੱਜ ਜਾਣ, ਪਰ ਮੈਂ ਨਹੀਂ। ਯੀਸ਼ੂ ਨੇ ਉਸ ਨੂੰ ਕਿਹਾ, ਮੈਂ ਤੁਹਾਨੂੰ ਸੱਚੀ ਕਹਿੰਦਾ ਹਾਂ, ਅੱਜ ਇਸ ਰਾਤ ਕੁੱਕੜ ਦੇ 2 ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ 3 ਵਾਰ ਮੇਰਾ ਇਨਕਾਰ ਕਰੇਂਗਾ। ਪਰ ਉਸਨੇ ਹੋਰ ਜ਼ੋਰ ਦੇ ਕੇ ਕਿਹਾ, ਭਾਵੇਂ ਮੈਨੂੰ ਤੁਹਾਡੇ ਨਾਲ ਮਰਨਾ ਵੀ ਕਿਉਂ ਨਾ ਪਵੇ, ਮੈਂ ਤੁਹਾਡਾ ਇਨਕਾਰ ਨਹੀਂ ਕਰਾਂਗਾ। ਉਹਨਾਂ ਸਾਰਿਆਂ ਨੇ ਵੀ ਇਸ ਤਰ੍ਹਾਂ ਕਿਹਾ। ਗਤਸਮਨੀ ਬਾਗ ਵਿੱਚ ਯੀਸ਼ੂ ਦੀ ਪ੍ਰਾਰਥਨਾ। ਉਹ ਗਤਸਮਨੀ ਨਾਂ ਦੀ ਥਾਂ ਨੂੰ ਗਏ ਅਤੇ ਯੀਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, ਤੁਸੀਂ ਇੱਥੇ ਬੈਠੋ ਜਦੋਂ ਤੱਕ ਮੈਂ ਪ੍ਰਾਰਥਨਾ ਕਰਾਂ। ਫਿਰ ਉਸਨੇ ਪਤਰਸ, ਯਾਕੂਬ ਅਤੇ ਯਹੂਨਾ ਨੂੰ ਆਪਣੇ ਨਾਲ ਲਿਆ ਅਤੇ ਉਹ ਬਹੁਤ ਹੀ ਦਲਗੀਰ ਅਤੇ ਬੇਕਰਾਰ ਹੋਣ ਲੱਗਾ। ਉਸਨੇ ਉਹਨਾਂ ਨੂੰ ਕਿਹਾ, ਮੇਰੀ ਜਾਨ ਬਹੁਤ ਹੀ ਗਮਗੀਨ ਹੈ, ਇੱਥੋਂ ਤੱਕ ਕਿ ਮੈਂ ਮਰਦਾ ਜਾਂਦਾ ਹਾਂ। ਤੁਸੀਂ ਇੱਥੇ ਠਹਿਰੋ ਅਤੇ ਜਾਗਦੇ ਰਹੋ। ਫਿਰ ਥੋੜਾ ਅੱਗੇ ਜਾ ਕੇ ਉਸਨੇ ਜ਼ਮੀਨ ਉੱਤੇ ਮੂੰਹ ਪਰਨੇ ਡਿੱਗ ਕੇ ਪ੍ਰਾਰਥਨਾ ਕੀਤੀ ਕਿ ਜੇ ਹੋ ਸਕੇ ਤਾਂ ਇਹ ਘੜੀ ਮੇਰੇ ਤੋਂ ਟਲ ਜਾਵੇ। ਫਿਰ ਉਸਨੇ ਕਿਹਾ, ਅੱਬਾ ਐ ਬਾਪ, ਤੁਹਾਡੇ ਲਈ ਸਭ ਕੁਝ ਹੋ ਸਕਦਾ ਹੈ, ਇਹ ਪਿਆਲਾ ਮੇਰੇ ਤੋਂ ਹਟਾ ਲਵੋ। ਫਿਰ ਵੀ ਮੇਰੀ ਮਰਜ਼ੀ ਨਹੀਂ ਸਗੋਂ ਤੁਹਾਡੀ ਮਰਜ਼ੀ ਪੂਰੀ ਹੋਵੇ। ਫਿਰ ਉਸਨੇ ਆ ਕੇ ਆਪਣੇ ਚੇਲਿਆਂ ਨੂੰ ਸੁੱਤੇ ਵੇਖਿਆ ਅਤੇ ਉਸਨੇ ਪਤਰਸ ਨੂੰ ਕਿਹਾ, ਸ਼ਮਾਉਨ, ਕੀ ਤੁਸੀਂ ਸੁੱਤੇ ਪਏ ਹੋ? ਕੀ ਤੁਸੀਂ ਇੱਕ ਘੜੀ ਪਰ ਜਾਗ ਨਾ ਸਕੇ? ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਵੋ। ਰੂਹ ਵਾਕਈ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ। ਉਸਨੇ ਫਿਰ ਜਾ ਕੇ ਉਹਨਾਂ ਹੀ ਸ਼ਬਦਾਂ ਨੂੰ ਦੁਹਰਾਉਂਦੇ ਹੋਏ ਪ੍ਰਾਰਥਨਾ ਕੀਤੀ। ਜਦੋਂ ਉਹ ਫਿਰ ਆਇਆ ਤਾਂ ਉਸਨੇ ਉਹਨਾਂ ਨੂੰ ਸੁੱਤੇ ਹੋਏ ਵੇਖਿਆ, ਕਿਉਂਕਿ ਉਹਨਾਂ ਦੀਆਂ ਅੱਖਾਂ ਨੀਂਦ ਨਾਲ ਭਾਰੀ ਸਨ ਅਤੇ ਉਹ ਨਹੀਂ ਜਾਣਦੇ ਸਨ ਕਿ ਉਸ ਨੂੰ ਕੀ ਉੱਤਰ ਦੇਣ। ਫਿਰ ਉਹ ਤੀਜੀ ਵਾਰ ਆਇਆ ਅਤੇ ਉਹਨਾਂ ਨੂੰ ਕਿਹਾ, ਕੀ ਤੁਸੀਂ ਅਜੇ ਵੀ ਸੌਂ ਰਹੇ ਹੋ ਅਤੇ ਆਰਾਮ ਕਰ ਰਹੇ ਹੋ? ਬਸ ਬਹੁਤ ਹੋ ਗਿਆ, ਵਕਤ ਆ ਗਿਆ ਹੈ, ਮਨੁੱਖ ਦਾ ਪੁੱਤਰ ਦਗੇ ਨਾਲ ਪਾਪੀਆਂ ਦੇ ਹੱਥਾਂ ਵਿੱਚ ਫੜਵਾਇਆ ਜਾਂਦਾ ਹੈ। ਉੱਠੋ, ਚਲੀਏ
ਵੇਖੋ ਮੇਰਾ ਵਿਸ਼ਵਾਸਘਾਤੀ ਨੇੜੇ ਆ ਗਿਆ ਹੈ। ਵਿਸ਼ਵਾਸਘਾਤ ਅਤੇ ਯੀਸ਼ੂ ਦੀ ਗ੍ਰਿਫਤਾਰੀ। ਉਹ ਅਜੇ ਬੋਲ ਹੀ ਰਿਹਾ ਸੀ ਕਿ ਉਸੇ ਵੇਲੇ ਯਹੂਦਾ 12 ਵਿੱਚੋਂ ਇੱਕ ਉੱਥੇ ਆਇਆ ਅਤੇ ਉਸ ਦੇ ਨਾਲ ਇੱਕ ਭੀੜ ਤਲਵਾਰਾਂ ਅਤੇ ਲਾਠੀਆਂ ਲੈ ਕੇ ਆਈ, ਜੋ ਪ੍ਰਧਾਨ ਪੁਰੋਹਿਤਾਂ, ਧਰਮ ਗ੍ਰੰਥੀਆਂ ਅਤੇ ਨੇਤਾਵਾਂ ਵੱਲੋਂ ਕੱਲੀ ਹੋਈ ਸੀ। ਵਿਸ਼ਵਾਸਘਾਤੀ ਨੇ ਉਹਨਾਂ ਨੂੰ ਇਹ ਕਹਿੰਦੇ ਹੋਏ ਇੱਕ ਨਿਸ਼ਾਨੀ ਦਿੱਤੀ ਹੋਈ ਸੀ, ਮੈਂ ਜਿਸ ਆਦਮੀ ਦਾ ਮੂੰਹ ਚੁੰਮਾਂ ਉਹੀ ਹੈ, ਉਸ ਨੂੰ ਫੜ ਲੈਣਾ ਅਤੇ ਸਾਵਧਾਨੀ ਨਾਲ ਲੈ ਜਾਣਾ। ਜਦੋਂ ਉਹ ਆਇਆ ਤਾਂ ਸਿੱਧਾ ਯੀਸ਼ੂ ਕੋਲ ਗਿਆ ਅਤੇ ਉਸ ਨੂੰ ਕਿਹਾ, ਰੱਬੀ, ਅਤੇ ਉਸ ਦਾ ਮੂੰਹ ਚੁੰਮਿਆ। ਤਦ ਉਹਨਾਂ ਨੇ ਉਸ ਨੂੰ ਫੜ ਲਿਆ ਅਤੇ ਗ੍ਰਿਫਤਾਰ ਕਰ ਲਿਆ। ਪਰ ਉੱਥੇ ਖੜੇ ਲੋਕਾਂ ਵਿੱਚੋਂ ਇੱਕ ਨੇ ਆਪਣੀ ਤਲਵਾਰ ਕੱਢੀ ਅਤੇ ਮਹਾਪੁਰੋਹਿਤ ਦੇ ਦਾਸ 'ਤੇ ਚਲਾਈ ਅਤੇ ਉਸ ਦਾ ਕੰਨ ਵੱਢ ਦਿੱਤਾ। ਤਦ ਯੀਸ਼ੂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਤਲਵਾਰਾਂ ਅਤੇ ਲਾਠੀਆਂ ਲੈ ਕੇ ਮੈਨੂੰ ਗ੍ਰਿਫਤਾਰ ਕਰਨ ਆਏ ਹੋ, ਜਿਵੇਂ ਕਿ ਤੁਸੀਂ ਕਿਸੇ ਡਾਕੂ ਨੂੰ ਫੜਨ ਆਏ ਹੋਵੋ। ਮੈਂ ਹਰ ਰੋਜ਼ ਤੁਹਾਡੇ ਨਾਲ ਹੈਕਲ ਵਿੱਚ ਸਿੱਖਿਆ ਦਿੰਦਾ ਰਿਹਾ ਹਾਂ ਅਤੇ ਤੁਸੀਂ ਮੈਨੂੰ ਗ੍ਰਿਫਤਾਰ ਨਹੀਂ ਕੀਤਾ, ਪਰ ਪਵਿੱਤਰ ਲਿਖਤਾਂ ਨੂੰ ਪੂਰਾ ਹੋਣ ਦਿਓ। ਤਦ ਸਭ ਚੇਲੇ ਉਸ ਨੂੰ ਛੱਡ ਕੇ ਭੱਜ ਗਏ। ਇੱਕ ਨੌਜਵਾਨ ਆਪਣੇ ਸਰੀਰ ਉੱਤੇ ਸਿਰਫ ਇੱਕ ਮਲਮਲ ਦੀ ਚਾਦਰ ਲਪੇਟ ਕੇ ਉਸ ਦੇ ਪਿੱਛੇ ਤੁਰਿਆ ਆਉਂਦਾ ਸੀ ਅਤੇ ਉਹਨਾਂ ਨੇ ਉਸ ਨੂੰ ਫੜ ਲਿਆ, ਪਰ ਉਹ ਆਪਣੀ ਚਾਦਰ ਛੱਡ ਕੇ ਨੰਗਾ ਹੀ ਭੱਜ ਗਿਆ। ਯੀਸ਼ੂ ਦੀ ਮਹਾਪੁਰੋਹਿਤ ਅੱਗੇ ਪੇਸ਼ੀ। ਉਹ ਯੀਸ਼ੂ ਨੂੰ ਮਹਾਪੁਰੋਹਿਤ ਦੇ ਕੋਲ ਲੈ ਗਏ। ਉੱਥੇ ਸਾਰੇ ਪ੍ਰਧਾਨ ਪੁਰੋਹਿਤ, ਨੇਤਾ ਅਤੇ ਧਰਮ ਗ੍ਰੰਥੀ ਇਕੱਠੇ ਹੋਏ ਸਨ। ਪਤਰਸ ਕੁਝ ਦੂਰੀ 'ਤੇ ਰਹਿ ਕੇ ਉਸ ਦੇ ਪਿੱਛੇ ਗਿਆ ਅਤੇ ਸਿੱਧਾ ਮਹਾਪੁਰੋਹਿਤ ਦੇ ਘਰ ਦੇ ਵਿਹੜੇ ਤੱਕ ਪਹੁੰਚ ਗਿਆ। ਉਹ ਪਹਿਰੇਦਾਰਾਂ ਦੇ ਨਾਲ ਅੱਗ ਦੇ ਲਾਗੇ ਬੈਠ ਕੇ ਅੱਗ ਸੇਕ ਰਿਹਾ ਸੀ। ਹੁਣ ਪ੍ਰਧਾਨ ਪੁਰੋਹਿਤ ਅਤੇ ਸਾਰੀ ਸਭਾ ਯੀਸ਼ੂ ਨੂੰ ਮਾਰ ਦੇਣ ਲਈ ਉਸ ਦੇ ਖਿਲਾਫ ਗਵਾਹੀ ਲੱਭ ਰਹੇ ਸਨ, ਪਰ ਉਹਨਾਂ ਨੇ ਕੋਈ ਨਾ ਮਿਲੀ, ਕਿਉਂਕਿ ਬਹੁਤ ਸਾਰਿਆਂ ਨੇ ਉਸ ਦੇ ਖਿਲਾਫ ਝੂਠੀ ਗਵਾਹੀ ਦਿੱਤੀ, ਪਰ ਉਹਨਾਂ ਦੀ ਗਵਾਹੀ ਆਪਸ ਵਿੱਚ ਮੇਲ ਨਹੀਂ ਖਾਂਦੀ ਸੀ। ਮੌਤ ਦੀ ਸਜ਼ਾ। ਤਦ ਕੁਝ ਲੋਕਾਂ ਨੇ ਖੜੇ ਹੋ ਕੇ ਉਸ ਦੇ ਖਿਲਾਫ ਇਹ ਕਹਿੰਦੇ ਹੋਏ ਝੂਠੀ ਗਵਾਹੀ ਦਿੱਤੀ, ਅਸੀਂ ਇਸ ਨੂੰ ਇਹ ਕਹਿੰਦੇ ਸੁਣਿਆ ਹੈ, ਮੈਂ ਹੱਥਾਂ ਨਾਲ ਬਣਾਈ ਹੋਈ ਇਸ ਹੈਕਲ ਨੂੰ ਢਾਹ ਦੇਵਾਂਗਾ ਅਤੇ 3 ਦਿਨਾਂ ਵਿੱਚ ਮੈਂ ਦੂਜੀ ਬਣਾਵਾਂਗਾ ਜੋ ਹੱਥਾਂ ਨਾਲ ਬਣਾਈ ਹੋਈ ਨਾ ਹੋਵੇ। ਪਰ ਇਸ ਵਿੱਚ ਵੀ ਉਹਨਾਂ ਦੀ ਗਵਾਹੀ ਆਪਸ ਵਿੱਚ ਮੇਲ ਨਹੀਂ ਖਾਂਦੀ ਸੀ। ਤਦ ਮਹਾਪੁਰੋਹਿਤ ਨੇ ਵਿਚਕਾਰ ਖੜੇ ਹੋ ਕੇ ਯੀਸ਼ੂ ਨੂੰ ਪੁੱਛਿਆ, ਕੀ ਤੂੰ ਕੋਈ ਜਵਾਬ ਨਹੀਂ ਦੇਣਾ? ਇਹ ਕੀ ਹੈ ਜੋ ਇਹ ਲੋਕ ਤੇਰੇ ਖਿਲਾਫ ਇਸ ਤਰ੍ਹਾਂ ਗਵਾਹੀ ਦਿੰਦੇ ਹਨ? ਪਰ ਉਹ ਚੁੱਪ ਰਿਹਾ ਅਤੇ ਉਸਨੇ ਕੋਈ ਜਵਾਬ ਨਾ ਦਿੱਤਾ। ਮਹਾਪੁਰੋਹਿਤ ਨੇ ਫਿਰ ਉਸ ਨੂੰ ਪੁੱਛਿਆ, ਕੀ ਤੁਸੀਂ ਮਸੀਹ ਹੋ, ਪਰਮ ਪਵਿੱਤਰ ਦੇ ਪੁੱਤਰ? ਯੀਸ਼ੂ ਨੇ ਕਿਹਾ, ਮੈਂ ਹਾਂ, ਅਤੇ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਵ ਸ਼ਕਤੀਮਾਨ ਦੇ ਸੱਜੇ ਬੈਠਿਆਂ ਅਤੇ ਆਕਾਸ਼ ਦੇ ਬੱਦਲਾਂ ਦੇ ਨਾਲ ਆਉਂਦਿਆਂ ਵੇਖੋਗੇ। ਤਦ ਮਹਾਪੁਰੋਹਿਤ ਨੇ ਆਪਣਾ ਚੋਗਾ ਪਾੜਿਆ ਅਤੇ ਕਿਹਾ, ਸਾਨੂੰ ਹੁਣ ਹੋਰ ਗਵਾਹੀਆਂ ਦੀ ਵੀ ਕੀ ਲੋੜ ਹੈ? ਤੁਸੀਂ ਇਸ ਦਾ ਕੁਫਰ ਸੁਣ ਲਿਆ ਹੈ, ਤੁਹਾਡਾ ਕੀ ਫੈਸਲਾ ਹੈ? ਤਦ ਉਹਨਾਂ ਸਾਰਿਆਂ ਨੇ ਫੈਸਲਾ ਦਿੱਤਾ ਕਿ ਉਹ ਮੌਤ ਦੀ ਸਜ਼ਾ ਦਾ ਹੱਕਦਾਰ ਹੈ। ਕੁਝ ਲੋਕ ਉਸ ਉੱਤੇ ਥੁੱਕਣ ਲੱਗੇ ਅਤੇ ਇਹ ਕਹਿੰਦੇ ਹੋਏ ਉਸ ਦਾ ਮੂੰਹ ਢੱਕ ਕੇ ਉਹਨਾਂ ਉਸ ਨੂੰ ਮਾਰਨਾ ਸ਼ੁਰੂ ਕੀਤਾ। ਭਵਿੱਖਬਾਣੀ ਕਰੋ। ਪਹਿਰੇਦਾਰਾਂ ਨੇ ਉਸ ਨੂੰ ਥੱਪੜ ਮਾਰੇ ਅਤੇ ਹਿਰਾਸਤ ਵਿੱਚ ਲੈ ਲਿਆ। ਪਤਰਸ ਵੱਲੋਂ ਯੀਸ਼ੂ ਦਾ ਇਨਕਾਰ। ਪਤਰਸ ਥੱਲੇ ਘਰ ਦੇ ਵਿਹੜੇ ਵਿੱਚ ਸੀ ਅਤੇ ਮਹਾਪੁਰੋਹਿਤ ਦੀ ਇੱਕ ਨੌਕਰਾਣੀ ਉੱਥੇ ਆਈ। ਪਤਰਸ ਨੂੰ ਅੱਗ ਸੇਕਦੇ ਹੋਏ ਵੇਖ ਕੇ ਉਸਨੇ ਉਸ ਵੱਲ ਤੱਕਿਆ ਅਤੇ ਕਿਹਾ, ਤੁਸੀਂ ਵੀ ਯੀਸ਼ੂ ਨਾਸਰੀ ਦੇ ਨਾਲ ਸੀ?
ਪਰ ਉਸਨੇ ਇਹ ਕਹਿੰਦੇ ਹੋਏ ਇਨਕਾਰ ਕੀਤਾ, ਮੈਂ ਨਾ ਤਾਂ ਜਾਣਦਾ ਹਾਂ ਅਤੇ ਨਾ ਹੀ ਸਮਝਦਾ ਹਾਂ ਕਿ ਤੂੰ ਕੀ ਕਹਿ ਰਹੀ ਹੈ। ਫਿਰ ਉਹ ਬਾਹਰ ਵਿਹੜੇ ਵਿੱਚ ਫਾਟਕ ਵੱਲ ਚਲਾ ਗਿਆ ਅਤੇ ਕੁੱਕੜ ਨੇ ਬਾਂਗ ਦਿੱਤੀ। ਉਸ ਨੌਕਰਾਣੀ ਨੇ ਫਿਰ ਉਸ ਨੂੰ ਵੇਖਿਆ ਅਤੇ ਉੱਥੇ ਖੜੇ ਲੋਕਾਂ ਨੂੰ ਦੱਸਿਆ, ਇਹ ਆਦਮੀ ਉਹਨਾਂ ਵਿੱਚੋਂ ਇੱਕ ਹੈ, ਪਰ ਉਸਨੇ ਫਿਰ ਇਨਕਾਰ ਕੀਤਾ। ਥੋੜ੍ਹੇ ਚਿਰ ਬਾਅਦ ਉੱਥੇ ਖੜੇ ਲੋਕਾਂ ਨੇ ਫਿਰ ਪਤਰਸ ਨੂੰ ਕਿਹਾ, ਬੇਸ਼ੱਕ ਤੂੰ ਵੀ ਉਹਨਾਂ ਵਿੱਚੋਂ ਇੱਕ ਹੈ, ਕਿਉਂਕਿ ਤੁਸੀਂ ਗਲੀਲ ਦੇ ਹੋ। ਪਰ ਉਹ ਆਪਣੇ ਆਪ ਨੂੰ ਕੋਸਣ ਲੱਗਾ ਅਤੇ ਕਸਮ ਖਾ ਕੇ ਕਹਿਣ ਲੱਗਾ, ਮੈਂ ਉਸ ਆਦਮੀ ਨੂੰ ਨਹੀਂ ਜਾਣਦਾ ਜਿਸ ਦੇ ਬਾਰੇ ਤੁਸੀਂ ਬੋਲਦੇ ਹੋ। ਠੀਕ ਉਸੀ ਵੇਲੇ ਕੁੱਕੜ ਨੇ ਦੂਜੀ ਵਾਰ ਬਾਂਗ ਦਿੱਤੀ। ਤਦ ਪਤਰਸ ਨੂੰ ਯਾਦ ਆਇਆ ਕਿ ਯੀਸ਼ੂ ਨੇ ਉਸ ਨੂੰ ਕਿਹਾ ਸੀ, ਕੁੱਕੜ ਦੇ 2 ਵਾਰ ਬਾਂਗ ਦੇਣ ਤੋਂ ਪਹਿਲਾਂ ਤੁਸੀਂ 3 ਵਾਰ ਮੇਰਾ ਇਨਕਾਰ ਕਰੋਗੇ। ਇਸ ਉੱਤੇ ਉਹ ਤਾਂ ਹੀ ਰੋਣ ਲੱਗਾ।